ਬਿਸਮਿਲ੍ਲਾ ਜੀ। ਥਰਾ ਸਿਆਸਤ ਦੇ ਨਾਲ ਮੈਂ ਤੁਹਾਡਾ ਯਾਰ ਅਹਿਮਦ ਲਤੀਫ ਤੇ ਅੱਜ ਸਾਡੇ ਨਾਲ ਕੌਣ ਨੇ? ਜ਼ਹੀਰੁੱਦੀਨ ਬਾਬਰ, ਤੈਮੂਰੀਉਲ ਨਸਲ, ਉਹ ਨਹੀਂ ਜੇ ਦੂਜੇ ਮਲਕ ਹੈਗੇ ਜੇ। ਬਿਸਮਿਲ੍ਲਾ ਜੀ, ਤੁਸੀਂ ਸਾਡੇ ਥੜੇ ਤੇ ਆਏ ਤੇ ਥੜੇ ਦੀਆਂ ਗੱਲਾਂ ਅੱਜ ਥੋੜ੍ਹੀਆਂ ਜਿਹੀਆਂ ਕਰਨੀਆਂ ਨੇ। ਤੁਸੀਂ ਮੈਨੂੰ ਦੱਸੋ, ਇਹ ਕਿਧਰੇ ਨਵੇਂ ਸਿਰੋਂ ਮਸਲਕੀ ਮਜ਼ਹਬੀ ਦਹਿਸ਼ਤਗਰਦੀ ਦੀ ਫਜ਼ਾ ਤੇ ਨਹੀਂ ਬਣਾਈ ਜਾ ਰਹੀ? ਮੈਂ ਇੱਕ ਵਾਰੀ ਫੇਰ ਤੱਕ ਨਾ ਲਬੈਕ ਵਾਲੇ ਵੀ ਟੁਰ ਪਏ ਨੇ, ਦੂਜੇ ਵੀ ਟੁਰ ਪਏ ਨੇ, ਉਹ ਜਿਹੜੇ ਤਮਾਛੋਂਗ ਲੋਕ ਹੈ ਉਹ ਵੀ ਟੁਰ ਪਏ ਨੇ, ਇਹ ਪੈਰੂ ਨਗਾਣੇ ਵੀ ਟੁਰ ਪਏ ਨੇ। ਇਹ ਤੁਸੀਂ ਵੀ ਫਸੇ ਰਹੇ ਹੋ, ਮੈਂ ਵੀ ਫਸਾ ਰਿਹਾ। ਇਹ ਕੋਈ ਨਵੀਂ ਕਹਾਣੀ ਤਾਂ ਨਹੀਂ ਹੈਗੀ? ਦੱਸਣਾ ਜ਼ਰਾ। ਇੱਕ ਉਹ ਸਾਫੀ ਜਿਹੜਾ ਬੜਾ ਅੰਦਰ ਦੀਆਂ ਗੱਲਾਂ ਜਾਣਦਾ, ਜ਼ਰਾ ਦੱਸੇ ਨਾ ਮੈਨੂੰ, ਇਹ ਕੀ ਹੈ? ਵੇਖੋ ਜੀ, ਅਗਰ ਪਾਕਿਸਤਾਨ ਦੀ ਤਾਰੀਖ ਹੀ ਤੁਸੀਂ ਦੇਖੋ ਤੇ ਇਹ ਵਾਕਿਆਤ ਤਾਂ ਹੁੰਦੇ ਚਲੇ ਆਏ ਨੇ। ਜ਼ੁਲਫਕਾਰ ਅਲੀ ਭੁੱਟੋ ਸਾਹਿਬ ਜਿਹੜੇ ਸਨ, ਤੁਹਾਨੂੰ ਪਤਾ ਉਹਨਾਂ ਦੇ ਖਿਲਾਫ ਜਿਹੜੀ ਤਹਿਰੀਕ ਚਲੀ ਸੀ, ਉਹਨੂੰ ਉਹ ਵੀ ਮਜ਼ਹਬੀ ਤਹਿਰੀਕ ਉਹਦਾ ਨਾਮ ਦਿੱਤਾ ਜਾਂਦਾ ਹੈ। ਔਰ ਮੇਰੇ ਖਿਆਲ ਇਸ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਇਬਹਾਮ ਨੇ ਨਾ, ਔਰ ਸਾਨੂੰ ਹੁਣ ਵਕਤ ਆ ਗਿਆ ਕਿ ਅਸੀਂ ਜਿਹੜੇ ਆਪਣੇ ਸਾਡੇ ਮਸਾਇਲ ਨੇ, ਜਿਹੜੀ ਕਮਜ਼ੋਰੀਆਂ ਨੇ, ਉਹਨਾਂ ਤੇ ਕਾਬੂ ਪਾਏ। ਇੱਕ ਨੁਕਤਾ ਨਜ਼ਰ ਇਹ ਵੇ ਕਿ ਅਸੀਂ ਫਿਕਰੀ ਤੌਰ ਤੇ ਇੰਤਸ਼ਾਰ ਦਾ ਸ਼ਿਕਾਰ ਜੀ, ਠੀਕ ਹੈ। ਯਾਨੀ ਕਿ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਕਿ ਸਾਡੀ ਜਿਹੜੀ ਕੌਮ ਹੈ ਉਹਨੂੰ ਇਹ ਪਤਾ ਨਹੀਂ ਕਿ ਸਾਡੀ ਮੰਜ਼ਿਲ ਕਿੱਧਰ ਹੈ। ਯਾਨੀ ਕਿ ਪਾਕਿਸਤਾਨ ਦੀ ਜਿਹੜੀ ਸ਼ਕਲ ਹੈ, ਉਸਦੀ ਸੂਰਤ ਹੈ, ਉਹਦਾ ਜਿਹੜਾ ਨਿਜ਼ਾਮ ਹੈ, ਉਹ ਕੀ ਬਣੇਗਾ, ਅਸੀਂ ਚਾਹੁੰਦੇ ਕੀ ਹਾਂ। ਯਾਨੀ ਕਿ ਸਭ ਤੋਂ ਪਹਿਲੇ ਗੱਲ ਹੈ ਕਿ ਕੌਮੀ ਸਤਹ ਤੇ ਸਾਡਾ ਇੱਕ ਜਿਹੜਾ ਬਿਆਨੀਆ ਹੈ ਉਹ ਮਤਲਬ ਤਰਤੀਬ ਦੇਣਾ ਚਾਹੀਦਾ ਹੈ। ਇਹ ਬਿਆਨੀਆ ਕਿੱਥੇ ਬਣਾਇਆ ਜੇ? ਪਾਰਲੀਮੈਂਟ 'ਚ ਪੇਸ਼ ਨਹੀਂ ਕੀਤਾ, ਘਰ 'ਚ ਬਹਿ ਕੇ ਸੁਣਿਆ, ਪਿੰਡੀ ਪਿੰਡੀ ਬਣਾ ਲਿਆ, ਜੋ ਪਿੰਡੀ ਪਿੰਡੀ ਹੈ। ਬਿਲਕੁਲ, ਅਸਲ ਵਿੱਚ ਬਿਆਨੀਆ ਬਣਿਆ ਹੀ ਨਹੀਂ ਸਕਿਆ ਨਾ। ਅੱਛਾ, ਸਾਡੇ ਬਾਰੇ ਤੁਸੀਂ ਸਰ ਇਸ਼ਾਰਾ ਕੀਤਾ, ਸਾਡੇ ਤੱਕ ਦੇ ਮਰਾਕਜ਼ ਵੀ ਕਿਹਾ ਜਾਂਦੇ ਨੇ। ਅੱਛਾ, ਮੇਰੇ ਇਸ਼ਾਰੇ ਸਮਝਦੇ ਹੋ ਤੁਸੀਂ, ਬੜੇ ਜ਼ਾਲਮ ਹੈਗੇ ਹੋ। ਬਹੁਤ ਮਿਹਰਬਾਨੀ। ਤੇ ਯਕਸੂਈ ਵੀ ਬਰਕਰਾਰ ਨਹੀਂ, ਯਾਨੀ ਕਿ ਦੇਖੋ ਜੀ, ਤਜ਼ਾਦਾਤ ਇਖਤਲਾਫਾਤ ਜਿਹੜੇ ਨੇ ਉਹ ਤਾਂ ਘਰਾਂ 'ਚ ਵੀ ਹੁੰਦੇ ਨੇ, ਤੁਸੀਂ ਬਿਹਤਰ ਜਾਣਦੇ ਹੋ। ਤੇ ਉੱਥੇ ਬਹਿ ਕੇ ਇੱਕ ਚੀਜ਼ ਤੈਅ ਕਰ ਲੈਣੀ ਚਾਹੀਦੀ ਹੈ ਕਿ ਜਨਾਬ ਸਾਡੀ ਸਿੰਧ ਕਿੱਧਰ ਹੋਣੀ ਹੈ, ਅਸੀਂ ਕਿੱਧਰ ਜਾਣਾ। ਯਾਨੀ ਕਿ ਇਸਲਾਮੀ ਅਗਰ ਇੱਕ ਰਿਆਸਤ ਬਣਾਣੀ ਹੈ ਤੇ ਇਸਲਾਮੀ ਰਿਆਸਤ ਤੁਰਕੀ ਵੀ ਹੈ, इंडोनेशिया भी है, मलेशिया भी है, और तालिबान भी ने, और ईरान भी है, सऊदीया भी है। मतलब है तुसी ये तय कर लो कि तुसी किस तरह का निज़ाम ਨੂੰ ਫਾਲੋ ਕਰਨਾ ਹੈ। ਫਿਰ ਇਤਦਾਲ ਜਿਹੜੀ ਕਸ਼ਮਕਸ਼ ਹੈ, ਮੇਰਾ ਖਿਆਲ ਹੈ ਉਹ ਵੀ ਚੀਜ਼ਾਂ ਸਾਨੂੰ ਤੈਅ ਕਰ ਲੈਣੀ ਚਾਹੀਦੀਆਂ ਨੇ। ਤੇ ਤੁਸੀਂ ਨਾਲ ਦੇਖੋ ਨਾ, ਪੜੋਸੀ ਮੁਲਕ ਦਾ ਵਿੱਚ ਕੀ ਹੁੰਦਾ ਹੈ ਕਿ ਹਕੂਮਤ ਔਰ ਆਪੋਜੀਸ਼ਨ ਇਕੱਠੇ ਬੈਠਦੇ ਨੇ। ਔਰ ਹੁਣ ਵੀ ਮੈਂ ਗੁਜ਼ਰ ਰੋਜ਼ ਵੀ ਪੜ੍ਹ ਰਿਹਾ ਸਾਂ। ਅੱਛਾ, ਦੂਜੇ ਪਾਸੇ ਦੇ ਪੜੋਸੀਆਂ ਦੀ ਗੱਲ ਕੀਤੀ, ਇੱਧਰ ਵੀ ਪੜੋਸੀ ਹੈ ਜੇ, ਉਹਨਾਂ ਪਤਾ ਕੀ ਕੀਤਾ ਜੇ? ਜੀ ਕੱਪ, ਸੋਨਾ, ਤਾਂਬਾ, ਅਸੀਂ ਉੱਥੇ ਦੁਕਾਨ ਪਾਈ ਰੱਖੀ ਹੈ। ਦੁਕਾਨ ਵਾਰ ਬਿਜ਼ਨਸ ਦੀ ਦੁਕਾਨ ਹੈ, ਉਹ ਚੱਲਦੀ ਰਹੀ ਹੈ। ਉਹਨੂੰ ਨਾ ਵਾਅਦੇ ਕਰ ਲਏ ਜੇ ਬਰਤਾਨੀਆ ਨਾਲ, ਈਰਾਨ ਨਾਲ, ਚੀਨ ਨਾਲ, ਸੁਭਾਨ ਅੱਲਾ ਜੀ, ਉਹ ਤੁਰਕੀਆ ਨਾਲ ਵੀ। ਉਹ ਉੱਥੋਂ ਕੱਢਣਗੇ ਜ਼ੇਰੇ ਜ਼ਮੀਨ ਖਜ਼ਾਨੇ। ਤੇ ਅਸਾਂ ਜਾਂਦਿਆਂ ਪਤਾ ਕੀ ਕੀਤਾ ਜੇ? ਕੱਲ ਅਸਾਂ ਚੀਨੀ ਦੇ ਟਰੱਕ ਰੋਕੇ 2-4 ਉਧਰ ਜਾਂਦੇ ਸਨ, ਫਿਰ ਉਹਨਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਇਹ ਕੀ ਹੈ? ਦੇਖੋ, ਇਹ ਅਫਸੋਸਨਾਕ, ਇਹ ਢਿੱਡ ਦਾ ਰੌਲਾ ਸਾਰਾ। ਜੀ ਇਹ ਦੇਖੋ, ਸਾਡੀ ਹੁਣ ਮਤਲਬ ਇਹ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸ਼ਰਫ ਗਨੀ ਸਾਹਿਬ ਨਾਲ ਸਾਡੇ ਤਾਲੁਕਾਤ ਠੀਕ ਨਹੀਂ ਸਨ। ਸਾਡੇ ਜਨਾਬ ਹਮਦ ਕਰਜ਼ਈ ਉਸ ਤੋਂ ਪਹਿਲੇ ਉਹਨਾਂ ਨਾਲ ਵੀ ਤਾਲੁਕਾਤ ਠੀਕ ਨਹੀਂ ਸਨ। ਅੱਜ ਸਾਡੇ ਤਾਲਿਬਾਨ ਨਾਲ ਵੀ ਠੀਕ ਨਹੀਂ ਹੈ। ਕਦੇ ਇਹ ਤੇ ਨਹੀਂ ਹੋ ਸਕਦਾ ਕਿ ਅਸੀਂ ਨਾ ਠੀਕ ਹੋਈਏ। ਮਤਲਬ ਕਿ ਤਨਕੀਦੀ ਜਿਹਨੂੰ ਤੁਸੀਂ ਅਸੀਂ ਜਾਇਜ਼ਾ ਮੇਰੇ ਖਿਆਲ ਅਸੀਂ ਲਈਏ ਤੇ ਸਾਨੂੰ ਸਮਝ। ਅੱਛਾ, ਕੌਣ ਲਵੇਗਾ? ਕਿੱਥੇ ਪਵੋਗੇ? ਕਿਹੜੀ ਇਹ ਮੇਰੇ ਖਿਆਲ ਹੈ ਬਿਹਤਰੀਨ ਜਿਹੜਾ ਫੋਰਮ ਹੈ ਪਾਰਲੀਮੈਂਟ ਹੈ। ਕਿਹੜੀ ਪਾਰਲੀਮੈਂਟ ਹੈ? ਜਿਹੜੀ ਸਾਡੀ ਪਾਰਲੀਮੈਂਟ ਹੈ, ਕੌਮੀ ਅਸੈਂਬਲੀ। ਹੁਣ ਨਹੀਂ, ਅਗਰ ਇੰਤਖਾਬਾਤ ਹੋਣ, ਅਗਰ ਇੰਤਖਾਬਾਤ ਕਦੋਂ ਹੋ ਰਹੇ ਨੇ ਵੈਸੇ? ਇੰਤਖਾਬਾਤ ਕੋਈ ਨਹੀਂ ਜਾਣਦਾ। ਨਹੀਂ, ਦੱਸੋ ਨਾ ਯਾਰ, ਤੁਸੀਂ ਬੜੇ ਸਿਆਣੇ ਆਦਮੀ ਹੋ, ਸੁਣਿਆ ਜੋਤਿਸ਼ ਦਾ ਇਲਮ ਵੀ ਜਾਣਦੇ ਹੋ ਤੁਸੀਂ, ਔਰ ਸਾਰੀਆਂ ਗੱਲਾਂ ਦਾ ਪਤਾ ਤੁਹਾਨੂੰ। ਜੋ ਨਜ਼ਰ ਆ ਰਿਹਾ ਸੀ ਉਹ ਦੇਖ ਰਹੇ ਹਾਂ। ਜਿਸ ਤਰ੍ਹਾਂ ਦੇ ਯਾਨੀ ਕਿ ਮਨਸੂਬਾਬੰਦੀ ਨਿਗਰਾਨ ਹੁਕੂਮਤ ਕਰਦੀ ਸਾਨੂੰ ਨਜ਼ਰ ਆ ਰਹੀ ਹੈ, ਉਸੇ ਤਾਂ ਲੱਗਦਾ ਹੈ ਕਿ ਉਹਨਾਂ ਦੀ ਬੜੀ ਤਵੀਲ ਮਨਸੂਬਾਬੰਦੀ ਹੈ। ਹਾਏ ਹਾਏ, ਔਰ ਉਹ ਮਤਲਬ ਹੈ ਕਿ ਇਸ ਮੁਲਕ ਨੂੰ ਠੀਕ ਉਹ ਪਿੱਛ ਤੋਂ ਬਾਹਰ ਹੋ ਕੇ ਖੇਡਦਾ ਪਿਆ ਬੰਦਾ, ਤੇ ਕਦੇ ਜਬਲੀਆਂ ਮਾਰਨ ਲੱਗ ਪੈਂਦਾ। ਆਦਾ ਨਹੀਂ ਮੈਂ ਗੱਲ ਨਹੀਂ, ਮੁਝੇ ਪਤਾ ਹੈ ਮੇਰਾ ਮੈਂਡੇਟ क्या है और मैंने यही करना है। और फिर पता लगता है जी वो लेस्को मैस्को जो वो भी गैप करन लगे है, वो फलाना भी तय कर लगे, वो भी तय कर लगे, वो मुआहदा भी कर लगे आ जी। तो ये वैसे किदी लाशेरी नाले बाप ग्रुप ਜਿਹੜਾ ਕਰਦਾ ਪਿਆ ਹੈ, ਮਾਈ ਬਾਪ की वजह से। हाँ, बस माई बाप ਦਾ ਵੀ ਨਾਂ ਦਿੱਤਾ ਜਾਂਦਾ। ਔਰ ਦੂਸਰਾ ਨੰਬਰ ਤੇ ਵੇਖੋ ਜਿਹੜੇ ਇਹ ਮੈਂਡੇਟ ਤੋਂ ਮਤਲਬ ਤਜਾਵੁਜ਼ ਕਰ ਰਹੇ ਨੇ। ਅੱਛਾ, ਹੁਣ ਤੁਸੀਂ ਦੇਖਿਓ ਹੋਏਗਾ ਕਿ ਜਿਹੜਾ ਆਇੰਦਾ ਮੇਰੇ ਖਿਆਲ ਦੀ ਨਜ਼ਰ ਆ ਰਿਹਾ ਹੈ, ਯਾਨੀ ਕਿ ਤੁਸੀਂ ਹਫਤਾ 4 ਦਿਨ 4 ਹਫਤੇ ਗੁਜ਼ਰਨਗੇ ਨਾ, ਤੇ ਤੁਹਾਡੀ ਸਾਰੀ ਪੋਲੀਟੀਕਲ ਫੋਰਸਸ ਇਹਨਾਂ ਦੇ ਖਿਲਾਫ ਬਿਆਨ ਦੇਣੇ
शुरू कर देंगे किन्हों दे इन्हों दे निगरान हुकूमत दे कि देखो जी निगरान हुकूमत ये कर रही है वो कर रही है और ये जो कुछ कर रही है खुद दी जिम्मेदार है क्योंकि जी पोलिटिकल फोर्सेस ने जी मिसाल तौर पर असी नून लीग कहने हैं पीपल्स पार्टी कहने हैं MQM कहने हैं GDA कहने हैं ये मतलब है कि आइंदा इन्होंने यकीनी तौर पर इंतखाबात अगर 4-6 महीने बाद इंतखाबात तो होने ने तुसी ये निज़ाम इस तरह चला नहीं सकते और जो निगरान हुकूमत है वो डिलीवर नहीं कर पा रही ते जदों वो आन के ते ਉਹ ਲਾ ਤਾਲੁਕੀ ਇਖਤਿਆਰ ਕਰਨਗੇ ਤੇ ਨਹੀਂ ਤੇ ਜਿਹੜੇ ਤੁਸੀਂ ਇਹ ਨੋਟ 'ਤੇ ਫੜਦੇ ਹੋ ਸੋਨਾ ਲੱਗੇ ਹੋ ਫੜਨ ਕਿਸੇ ਦਾ ਕੁਝ ਫੜਨ ਲੱਗੇ ਹੋ ਇਹਦਾ ਮਤਲਬ ਕੀ ਹੈ ਤੁਸੀਂ ਕਿਸੇ ਨੂੰ ਵੀ ਨਹੀਂ ਚਾਹੁੰਦੇ ਕੋਈ ਟੈਕਨੋਕ੍ਰੇਟ ਲਿਆਉਣੇ ਜੇ ਸਿਆਸੀ ਪਾਰਟੀਆਂ ਸਾਰੀਆਂ ਤੁਹਾਡੇ ਨਾਲ ਨਾਰਾਜ਼ ਹਨ ਨਵਾਜ਼ ਸ਼ਰੀਫ ਸਾਹਿਬ ਨਹੀਂ ਮੰਨਦੇ ਪਏ ਤੁਹਾਡੀ ਗੱਲ ਉਹ ਦੂਜਾ ਜਿਹੜਾ ਬੰਦਾ ਜੇ ਉਹਨੂੰ ਅੰਦਰ ਤੁਸੀਂ ਦਿੱਤੇ ਹੈ ਤੇ ਉਹਨੂੰ ਨਾ ਪੁੱਛਦੇ ਹੋ ਨਾ ਗਿੱਛਦੇ ਹੋ ਫਿਰ ਤੁਸੀਂ ਪਰਵੇਜ਼ ਲਾਈ ਨੂੰ ਕਦੇ ਬਾਹਰ ਕੱਢਦੇ ਹੋ ਕਦੇ ਅੰਦਰ ਕਦੇ ਬਾਹਰ ਕਦੇ ਅੰਦਰ ਫਿਰ ਜ਼ਮਾਨਤ ਫਿਰ ਅੰਦਰ ਇਹ ਕੀ ਡਰਾਮਾ ਲਾਇਆ ਜੀ देखो ना ये चीज़ा हुण इस निज़ाम के सवालिया निशान खड़ा कर कि जनाब साड़ी अदालत कितने ने कि वो अगर करदियां ने परवेज़ लाइन कौन गिरफ्तार करता है किस तरह गिरफ्तार करता है अच्छा उस तो बाद जनाब जिस तरह तुसी कह रहे हो कि हुण पीपल्स पार्टी नून लीग दे कि जनाब ये चीज़ां बरामद हो गई ने देखो एक असी भी देखते रहे तुसी साडे तो बेहतर जानते हो कि पहले एक नैरेटिव बिल्डअप किया जाता है पहले एक टारगेट हदफ बनाया जाता है कि जनाब इसनूं असां निशाना बनाना है और जिस तरह असी पिंडां थावां वेखदे हैं ना ते जंगी ਦਾ ਤੇ ਹੋ ਰਿਹਾ ਸਾਰਾ ਕੁਝ ਲੱਗਦਾ ਤੇ ਇੰਜ ਸਾਡੇ ਨਾਲ ਹੀ ਜੰਗ ਸ਼ੁਰੂ ਕੀਤੀ ਜੇ ਯਾਰ ਮਾਫ ਕਰ ਦਿਓ ਜੀ ਔਰ ਇਹ ਮੈਂ ਖਿਆਲ ਸਾਡੇ ਗਲੇ ਪੈ ਜਾਏਗਾ ਸਾਡੇ ਮਾਜ਼ੀ ਤੁਸੀਂ ਤੁਹਾਨੂੰ ਪਤਾ ਹੈ ਜਾਣਦੇ ਹੋ ਤੁਸੀਂ ਕਿ ਮਾਜ਼ੀ ਇਸ ਤਰ੍ਹਾਂ ਦੇ ਇਕਦਾਮਾਤ ਸਾਡੇ ਗਲੇ ਪੈ ਗਏ ਨੇ ਅਸੀਂ ਹੁਣ ਇਸ ਦਫਾ ਫਿਰ ਅਸੀਂ ਕਰ ਰਹੇ ਹਾਂ ਔਰ ਸਾਡੇ ਗਲੇ ਪੈ ਜਾਣਗੇ ਮੇਰੇ ਖਿਆਲ ਨਾਲ ਜਦ ਅੱਛਾ ਗਲੇ ਪਵਣਗੇ ਤੇ ਕਿਤਨੇ ਸਾਰੇ ਗਲੇ ਪਵਣਗੇ ਕਿ ਨੁਕਸਾਨ ਕੀ ਹੋਵੇਗਾ ਇੱਕ ਜ਼ਾਹਿਰ ਹੈ ਅਸੀਂ ਪੋਲੀਟੀਕਲ ਸਾਇੰਟਿਸਟ ਹੁੰਦੇ ਆ ਅਸੀਂ ਜਿਹੜੇ ਮੀਡੀਆ ਪ੍ਰੈਕਟੀਸ਼ਨਰ ਆ ਅਸੀਂ ਵੀ ਜ਼ਾਹਿਰ ਹੈ ਕੋਈ ਜਮਹੂਰ ਕੈਂਚੀਆਂ ਲੈ ਕੇ ਬੈਠੇ ਆ ਅਸੀਂ ਵੀ ਆਪਰੇਸ਼ਨ ਕਰਦੇ ਹੁੰਦੇ ਆ ਅਸੀਂ ਸੋਸ਼ਲ ਸਾਇੰਸਿਸ ਦੇ ਲੋਕ ਤੇ ਤੁਸੀਂ ਕੀ ਸਮਝਦੇ ਹੋ ਪਏ ਜ਼ਰਾ ਥੋੜਾ ਜਿਹਾ ਮੈਂ ਚਾਹਨਾ ਆਪਣੇ ਕੁਝ ਹੋਰ ਸੁਣਨ ਵਾਲੇ ਵੀ ਲੋਕ ਹੁੰਦੇ ਨਾ ਹਰ ਤਰ੍ਹਾਂ ਦੇ ਲੋਕ ਮੌਜੂਦ ਹਨ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਉਹਨਾਂ ਨੂੰ ਦੱਸੋ ਇਹ ਅਗਰ ਅਸਾਂ ਇਹ ਨਾ ਕੀਤਾ ਤੇ ਅਸੀਂ ਆਪਣੀ ਪਿੱਚ ਚੋਂ ਬਾਹਰ ਹੋ ਕੇ ਖੇਡੇ ਮਸਲਨ ਮੇਰਾ ਕੰਮ ਦੰਦਾਂ ਦਾ ਨਹੀਂ ਹੈਗਾ ਮੈਂ ਜਰਨਲਿਸਟ ਹਾਂ ਮੈਨੂੰ ਜਰਨਲਿਸਟਾਂ ਦਾ ਕੰਮ ਕਰਨਾ ਹੈ ਇੱਕ ਬੰਦਾ ਜਿਹਦੀ ਸਾਰੀ ਤਰਬੀਅਤ ਅਸਕਰੀ ਹੈ ਉਹ ਮਾਲੀਆਤ ਵੀ ਤੱਕਣ ਲੱਗੇ ਹੈ ਉਹ એનર્ਜੀ ਬੁਰਹਾਨ ਵੀ ਤੱਕਣ ਲੱਗੇ ਹੈ ਉਹ ਜ਼ਮੀਨਾਂ ਵੀ ਤੱਕ ਇਹ ਕੀ ਹੈ ਜੀ देखो ये एक अफसोसनाक रुझान है अच्छा और तुसी पूछ रहे सो ना कि गले किदे पेगे गले आवाम और किस तरह पवेगा गले आवाम दे पैणगे जेडी कोई 24 करोड़ कमोबेश आबादी है उदे दे विच जेड़ा मतलब है कि 23 करोड़ 90 लाख या 95 लाख लोग जेड़ा है वो मिडिल क्लास है गरीब भी आजकल तो जेडी मिडिल क्लास है वो भी गुरबत की तरफ जा रही है बिल्कुल है को नहीं जी मैं ये समझदा कि जदों ਅਸੀਂ ਕਹਿੰਦੇ ਨਾ ਕਿ ਗਲੇ ਪੈਣਗੇ ਮੁਸ਼ਕਿਲਾਤ ਹੋਣਗੀਆਂ ਅਸੀਂ ਆਮ ਆਦਮੀ ਦੀ ਗੱਲ ਕਰਨੇ ਆ ਆਮ ਜਿਹੜਾ ਪਾਕਿਸਤਾਨੀ है जिहदे मैं शुमार हाँ तुसी शुमार हो और साढ़े बहुत सारे करोड़ों पाकिस्तानी ने जिहड़ा खवास दा तबका है जिहड़ी एलीट है अशराफिया उन्हें कोई फर्क नहीं पैंदा अच्छा जी ठीक है नहीं उहदे मामलात पाकिस्तान दे अंदर भी बेहतर ने पाकिस्तान दे बाहर भी बेहतर ने और उन्होंने आखिरी वक्त अपना बैरून मुल्क की अच्छे अच्छा वो यहाँ दौरा करने के लिए आते हैं रहते तो वहाँ हैं अच्छा जी देखो ये दा मुल्क है मतलब इस वक्त लोगों जिहड़ी मायूसी है वो बहुत खतरनाक हद तक बढ़ गई है पाकिस्तान दा जिहड़ा आम नौजवान है तुसी बेहतर जानते हो सड़क किनारे उसको पूछो यूनिवर्सिटी के बच्चियों को पूछो तुसी और तुहानू दो टोक अंदाजा कहेंगे जी असी मायूस हाँ इस मुल्क तो और मतलब मुख्तलिफ लोगों का नाम लेंगे इंज हो गया जी इंज हो गया खैर उन्होंने एक अपना नैरेटिव होएगा लेकिन जो चीज़ मेरे ख्याल नाल मुश्तरक है जो जिस तो लोगों की अक्सरियत साढ़े आवाम की जिहड़ी नौजवानों की मुतफिक है वो मायूसी है पाकिस्तान का आम आदमी मायूस है सानू असल सानू तो मुराद है साडा जो दानिश्वर तबका है साडे जो अरबाब इख्तियार है उन्होंने इस तो करना चाहिए है अच्छा टेक्नोक्रेट से हवाले तुसी एक सवाल किया टेक्नोक्रेट से हवाले नाल लोग जो पॉलिटिकल फोर्सेस ने वो तां ही हमायत नहीं करती क्योंकि ना लोगों को पता होता है कि जनाब असा केड़ा इलेक्शन लड़ना है ना किसी ने जवाब दे ना किसी ने जवाब दे लिहाजा वो इस तरह के इकदामात उठाते हैं जो बिल्कुल आवाम नूं बिल्कुल मलिया मेट करके रखते हैं तुसी पीडीएम हुकूमत नाल लख इख्तिलाफ करो लेकिन पीडीएम हुकूमत इस तरह के मामलात उन्हें कंट्रोल कीते तो है नहीं उन्हें कोई शक नहीं है लेकिन जो आखिरी वक्त आया तो पहले हुकूमत तो फारग होकर बाहर चले गई उन्हें कहा साड़ी तो अच्छा चंगा होया तुसां पीडीएम की गल की मैं गुजारिश करना चाहना जाहिर है मैं इंसान दोस्त और जमहूरियत पसंद आदमी हाँ तुसी भी जाहिर है इसी तरह दे हो हर दर्दमंद पाकिस्तानी इसी तरह सोचता है अगर ਤੁਹਾਡੀ ਅਕਸਰੀਅਤ ਮੁੱਕ ਗਈ ਤੁਸੀਂ ਸਾਈਡ ਤੇ ਹੋ ਗਏ ਦੂਜੇ ਬੰਦੇ ਆ ਗਏ ਉਹਨਾਂ ਨੂੰ ਆਖਿਆ ਵੋਟ ਲਵੋ ਜੀ ਉਹਨਾਂ ਲੈ ਲਿਆ ਤੇ ਤੁਸੀਂ ਅਗਰ ਮੈਂ ਤੁਸੀਂ ਤੋਂ ਮੁਰਾਦ ਇਮਰਾਨ ਖਾਨ ਸਾਹਿਬ ਅਗਰ ਆਪੋਜੀਸ਼ਨ 'ਚ ਬਹਿ ਜਾਂਦੇ ਜ਼ਰਾ ਹੌਸਲਾ ਕਰਕੇ ਸੁਣਨ ਦੀ ਗੱਲ ਸੁਣ ਨਹੀਂ ਸਕਦੇ ਹੋ ਉਹਨਾਂ ਦਾ ਟੈਂਪਰਾਮੈਂਟ ਨਹੀਂ ਹੈਗਾ ਤੇ ਕਿਤਨੀ ਵੱਡੀ ਆਪੋਜੀਸ਼ਨ ਹੁੰਦੀ ਤੇ ਕੀ ਮੰਜ਼ਰ ਹੁੰਦਾ ਜ਼ਰਾ ਦੱਸਣਾ ਮੈਨੂੰ
ਬਿਲਕੁਲ ਠੀਕ ਹੈ ਜੀ। ਇਮਰਾਨ ਖਾਨ ਦੀ ਜਿਹੜੀ ਸ਼ਖਸੀ ਉਹਨਾਂ ਦੀਆਂ ਜਾਂ ਚੇਅਰਮੈਨ ਪੀਟੀਆਈ ਜਿਹੜੇ ਨੇ ਉਹਨਾਂ ਦੀਆਂ ਸ਼ਖਸੀ ਖੂਬੀਆਂ ਵੀ ਨੇ, ਖਾਮੀਆਂ ਵੀ ਨੇ। ਉਹ ਮੇਰੇ ਖਿਆਲ ਨਾਲ ਉਹ ਜਿਸ ਤਰ੍ਹਾਂ ਉਹਨਾਂ ਉਹ ਗੱਲ ਸੁਣ ਹੀ ਨਹੀਂ ਸਕਦੇ। ਹਾਂ, ਜਿਸ ਤਰ੍ਹਾਂ ਉਹਨਾਂ ਦੀ ਪੋਲੀਟੀਕਲ ਮੈਨੂਵਰਿੰਗ ਕੀਤੀ ਸੀ ਨਾ ਜੀ, ਉਹਨਾਂ ਨੂੰ ਇਹ ਉਮੀਦ ਸੀ ਕਿ ਮੇਰੇ ਐਸੇ ਮਾਮਲਾਤ ਜਿਹੜਾ ਨਾ ਬਿਹਤਰ ਹੁੰਦੇ ਜਾਣਗੇ ਔਰ ਅੱਗੋਂ ਵੀ ਰਾਵਾਂ ਹਮਵਾਰ ਹੋ ਜਾਣਗੀਆਂ। ਲੇਕਿਨ ਇਸ ਤਰ੍ਹਾਂ ਹੋਇਆ ਨਹੀਂ ਹੈ ਔਰ ਮੇਰੇ ਖਿਆਲ ਨਾਲ ਬਹੁਤ ਅੱਛਾ ਹੋਇਆ ਹੈ। ਕੀ ਮਤਲਬ ਔਰ ਤਾਲਿਬ ਇਲਮ ਮੈਂ ਸਮਝਦਾ ਕਿ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਮੇਰੀਆਂ ਕੀ ਨਹੀਂ ਉਹਨਾਂ ਦੇ ਅਹਿਸਾਸ ਹੋਣ ਚ ਪਾਕਿਸਤਾਨ ਦਾ ਜਿਹੜਾ ਹਾਲ ਹੋਇਆ ਵੈ ਔਰ ਜੋ ਹਜ਼ਰਤ ਸਾਕ ਡਾਲਰ ਸਾਹਿਬ ਨੇ ਕੀਤਾ ਹੈ, ਉਸ ਤੋਂ ਬਾਅਦ ਜਿਹੜੇ ਸਾਰੇ ਮਾਮਲਾਤ ਹੋਏ ਨੇ, ਇਹਨਾਂ ਕੋਲੋਂ ਤੇ ਕਾਬੂ ਨਹੀਂ ਆਇਆ ਨਾ ਇਹਨਾਂ ਕੋਲ ਕਾਬੂ ਆ ਰਿਹਾ ਹੈ, ਨਾ ਉਹਨਾਂ ਕੋਲੋਂ ਕਾਬੂ ਆਇਆ ਉਹ ਜਿਹੜਾ ਭਾਨਮਤੀ ਦਾ ਕੁਮਾ ਸੀ, ਤੇ ਨਾ ਇਹਨਾਂ ਕੋਲ ਕਾਬੂ ਆ ਰਿਹਾ ਹੈ। ਹੁਣ ਲੋਕਾਂ ਦਾ ਹਿਸਾਬ ਜ਼ਰਾ ਤੱਕਣਾ ਤੁਸੀਂ, ਬਿਜਲੀ ਬਿੱਲ, ਪੈਟਰੋਲ, ਲੋਕ ਫਾਵੇ ਹੋਏ ਫਿਰਦੇ ਜਨਾਬ, ਇਜਤਮਾਈ ਖੁਦਕੁਸ਼ੀਆਂ ਦਾ ਜ਼ਮਾਨਾ ਆਉਣ ਲੱਗਾ ਸਰ। ਮਸਲਾ ਜਿਹੜਾ ਇਹ ਵੇ ਜੋ ਮੈਨੂੰ ਸਮਝ ਆਇਆ ਹੈ ਕਿ ਜਦੋਂ ਤੁਹਾਨੂੰ ਇੱਕ ਲਿਮਿਟ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਔਰ ਜਦੋਂ ਪੋਲੀਟੀਕਲ ਜਿਹੜੀ ਫੋਰਸਿਸ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਤੁਹਾਡੀ ਲਿਮਿਟ ਹੈ, ਇਸ ਤੋਂ ਬਿਯੋਂਡ ਨਹੀਂ ਜਾਣਾ, ਤੇ ਮੇਰੇ ਖਿਆਲ ਨਾਲ ਉੱਥੇ ਪ੍ਰੋਬਲਮ ਪੈਦਾ ਹੁੰਦੀ ਹੈ ਕਿ ਜਿਹੜੀ ਤੁਹਾਡੀ ਅਸ਼ਰਾਫੀਆ ਹੈ ਉਹ ਕਹਿੰਦੀ ਹੈ ਸਾਨੂੰ ਇਤਨੇ ਪੈਸੇ ਚਾਹੀਦੇ ਨੇ, ਸਾਨੂੰ ਇਤਨਾ ਫੰਡ ਚਾਹੀਦਾ ਹੈ, ਸਾਡੇ ਮਾਮਲਾਤ ਇਹ ਤਾਂ ਚੱਲਣੇ ਚਾਹੀਦੇ ਨੇ। ਹੁਣ ਜੇ ਥੋੜਾ ਜਿਹਾ ਬਕਾਇਆ ਪੈਸੇ ਨੇ ਉਹਨਾਂ ਤੁਸੀਂ ਗੁਜ਼ਾਰਾ ਕਰੋ, ਤੇ ਉਹ ਜਿਹੜੀ ਪੋਲੀਟੀਕਲ ਫੋਰਸਿਸ ਦੇ ਲਾਮਹੱਲਾ ਤੌਰ ਤੇ ਸਿਆਸੀ ਜਮਾਤਾਂ ਜਿਹੜੀਆਂ ਨੇ ਉਹ ਕੋਈ ਮੁਲਕ ਦੀ ਖਿਦਮਤ ਕਰਨੀ, ਉਹਨਾਂ ਵੀ ਪੈਸੇ ਖਾਣੇ ਨੇ, ਕਮਾਣੇ ਨੇ। ਅੱਛਾ, ਉਹ ਫਿਰ ਆਪ ਕਿਤਨੇ ਖਾਣਗੇ, ਲੋਕਾਂ ਨੂੰ ਕਿਤਨੇ ਦੇਣਗੇ, ਇਹ ਇੱਕ ਬੜਾ ਮਸਲਾ ਬਣ ਗਿਆ। ਦੇਖੋ ਜੇ ਤੁਸੀਂ ਇਸ ਵਕਤ ਮੁਖਤਲਿਫ ਜਿਹੜੇ ਬੁਹਰਾਨ ਨੇ ਨਾ ਜਿਹੜੇ ਉਹ ਇੱਕ ਸਾਡੇ ਖੁਦ ਸਾਖਤਾ ਪੈਦਾ ਕਰਦਾ ਨੇ। ਮਿਸਾਲ ਦੇ ਤੌਰ ਤੇ ਅਫਗਾਨ ਬੁਹਰਾਨ ਅਸਾਂ ਖੁਦ ਪੈਦਾ ਕੀਤਾ ਹੈ, ਯੂ ਨੋ ਵੈਰੀ ਵੈਲ। ਅੱਛਾ, ਭਾਰਤ ਦੇ ਨਾਲ ਅਗਰ ਅਸੀਂ ਕਸ਼ਮੀਰ ਵਾਲਾ ਵੀ ਆਪੇ ਬਿਲਕੁਲ ਇਸ ਬਾਰੇ ਕੰਪਨੀ ਦੀ ਲੋਕ ਆਦੇ जी कंपनी दी हुकूमत है, कंपनी कंपनी बहादुर की हुकूमत चल रही है और अभी तक चल रही है। ये लोग भी कंपनी बहादुर के नुमाइंदगान हैं, पिंडी वाले क्या कहते हैं। अच्छा ਹੁਣ ਤੁਸੀਂ ਦੇਖੋ ਕਿ ਨਾ ਤੁਸੀਂ ਕੀ ਕਹਿੰਦੇ ਹੋ ਜੀ, ਮਤਲਬ ਇੰਪ੍ਰੈਸ਼ਨ ਹੈ ਵੇ। ਤੁਸੀਂ ਇਹ ਦੇਖੋ ਕਿ ਅਗਰ ਤੁਸੀਂ ਇੰਡੀਆ ਨਾਲ ਤੁਹਾਡੇ ਤਾਲੁਕਾਤ ਖਰਾਬ ਨੇ, ਠੀਕ ਹੈ, ਕਸ਼ਮੀਰ ਦਾ ਮਸਲਾ ਹੈ, ਕੋਈ ਇਸ਼ੂ ਨਹੀਂ ਹੈ, ਤੁਸੀਂ ਤਿਜਾਰਤ ਕਿਉਂ ਨਹੀਂ ਕਰਦੇ ਹੋ ਉਹਨਾਂ ਨਾਲ? ਤੁਸੀਂ ਆਈਟੀ ਦੇ ਸ਼ੋਬੇ 'ਚ ਕਿਉਂ ਨਹੀਂ ਅੱਗੇ ਵਧਦੇ ਹੋ? ਤੁਸੀਂ ਸਕਾਫਤਾਂ ਦੇ ਕਲਚਰ ਤੋਂ ਅੱਗੇ ਕਿਉਂ ਨਹੀਂ ਵਧਦੇ ਹੋ? ਉਹਨਾਂ ਦੇ ਜਿਹੜੇ ਉਸ ਵਕਤ ਨਾਲੂ ਸ਼ਾਮਲ ਲੈਣ ਵਾਸਤੇ ਤੁਹਾਨੂੰ ਨਾਲੂ ਸ਼ਾਮਲ ਲੈਣ ਵਾਸਤੇ ਪਹਿਲਾਂ ਦੁਬਈ ਜਾਣਾ ਪੈਂਦਾ ਹੈ ਜੀ, ਉਧਰੋਂ ਘੁੰਮ ਘੁਮਾ ਕੇ ਫਿਰ ਆਉਂਦੇ ਤਾਂ ਪੈਸੇ ਵੱਧ ਜਾਂਦੇ। ਤੁਹਾਨੂੰ ਪਤਾ ਹੈ ਕਿ ਇਹ ਗੱਲ ਕਿ ਇੰਡੀਆ ਦੇ ਵਿੱਚ ਜਿਹੜਾ ਚਾਵਲ ਹੈ ਔਰ ਜੋ ਉਹਨਾਂ ਦੀ ਗੰਡੇ ਛੰਡੇ ਦੇ ਹਵਾਲੇ ਨਾਲ ਉਹ ਕਿੱਥੇ ਖੁਦ ਰਜ਼ਾਈ ਰਜ਼ਾਈ ਦੇ। ਅੱਛਾ, ਤੁਸੀਂ ਜਨਾਬ ਮਤਲਬ ਦੂਸਰੇ ਕੋ ਲੈ ਰਹੇ, ਤੁਸੀਂ ਉਹਨਾਂ ਕੋ ਇਹ ਵਾਗਾ ਬਾਰਡਰ ਹੈ, ਅਧਿਕਤ ਨੇ। ਯਾਨੀ ਮੇਰੇ ਕਹਿਣ ਦਾ ਮਕਸਦ ਹੈ ਕਿ ਤੁਸੀਂ ਮਸਲਾ ਹੈ ਕਸ਼ਮੀਰ ਦੀ ਮੌਜੂਦਗੀ ਦੇ ਵਿੱਚ ਉਹਦਾ ਤਨਾਜ਼ਾ ਹੈ। ਦੇਖੋ ਇਖਤਲਾਫ ਹੈ ਰਾਏ, ਵੈਸੇ ਉਹ ਤਨਾਜ਼ਾ ਹੈ ਕੋਈ ਐਵੇਂ ਡਰਾਮਾ ਹੀ ਹੈ ਜੀ? ਤਨਾਜ਼ਾ ਹੈ, ਉਹ ਅਸੀਂ ਸਮਝਦੇ ਆ। ਉਹ ਤੇ ਜਾਣ ਕੇ ਨਹੀਂ ਛੋੜ ਕੇ ਬਾਹਰ ਥੀਏਟਰ ਵਾਲੇ ਲੋਕ ਜਿਹੜੇ ਨੇ ਉਹਨਾਂ ਨੇ ਕੋਈ ਜੰਗ ਤੰਦੂਰ ਲਾਇਆ ਨਾ। ਨਹੀਂ, ਤੰਦੂਰ ਉਹਨਾਂ ਅਗਰ ਲਾਇਆ, ਕਸ਼ਮੀਰ ਤੰਦੂਰ ਹੈਗਾ ਸਾਡਾ ਤੇ ਉਹਨਾਂ ਦਾ ਦੋਵਾਂ ਦਾ ਜੀ। ਸਾਡਾ ਆਪਣਾ ਵੀ ਦਿਮਾਗ ਕੰਮ ਕਰਨਾ ਚਾਹੀਦਾ। ਸਾਡਾ ਦਿਮਾਗ ਦੇਖੋ ਉਹ ਤਾਂ ਕਰ ਰਹੇ ਨੇ ਜੋ ਕੁਝ ਉਹਨਾਂ ਨੇ ਖੇਲ ਹੈ। ਮੇਰਾ ਕਹਿਣ ਦਾ ਮਕਸਦ ਇਹ ਹੈ ਸਰ ਕਿ ਸਾਨੂੰ ਖੁਦ ਜਿਹੜਾ ਨਾ ਖਿਆਲ ਕਰਨਾ ਚਾਹੀਦਾ ਹੈ। ਅਸੀਂ ਅੱਛਾ ਈਰਾਨ ਤੁਹਾਡਾ ਦੇਖ ਲਵੋ, ਈਰਾਨ ਕੋਲੋਂ ਕਿਤਨਾ ਜਨਾਬ ਉੱਥੇ ਪੈਟਰੋਲ ਹੈ, ਤੇਲ ਲਵੋ, ਬਿਜਲੀ ਲਵੋ, ਗੈਸ ਲਵੋ, ਬਾਕੀ ਚੀਜ਼ਾਂ ਵੀ ਲਵੋ ਜੀ, ਵਾਟਰ ਸਿਸਟਮ। ਅੱਛਾ, ਤੁਸੀਂ ਉਹ ਮਤਲਬ ਅਸੀਂ ਉਹ ਨਹੀਂ ਕਰ ਰਹੇ ਤੇ ਮੈਨੂੰ ਲੱਗਦਾ ਅਮਰੀਕਾ ਨਾਰਾਜ਼ ਹੋ ਜਾਂਦਾ ਨੇ ਜੀ। ਅਮਰੀਕਾ ਦੇਖੋ, ਅਸੀਂ ਅਮਰੀਕਾ ਦੀ ਹੋਰ ਕਿਹੜੀ ਗੱਲ ਮੰਨੀ? ਅਸੀਂ ਜਦੋਂ ਤਾਲਿਬਾਨ ਦੀ ਮਦਦ ਕਰਦੇ ਰਹੇ ਹਾਂ, ਜਦੋਂ ਅਮਰੀਕਾ ਇੱਥੇ ਕਾਬੁਲ ਦੇ ਵਿੱਚ ਸੀ, ਅਫਗਾਨਿਸਤਾਨ ਵਿੱਚ, ਅਸੀਂ ਕਿਹਾ ਅਮਰੀਕਾ ਨਾਰਾਜ਼ ਨਹੀਂ ਕੀਤਾ? ਮੇਰੇ ਖਿਆਲ ਨਾਲ ਇਹ ਵੀ ਗੱਲ ਨਹੀਂ। ਮੈਂ ਇਹ ਸਮਝਦਾ ਵਾਂ ਕਿ ਦੋ ਤਰ੍ਹਾਂ ਦੀਆਂ ਗੱਲਾਂ ਹੋ ਸਕਦੀਆਂ ਨੇ ਜਿਹੜੀ ਸ਼ਾਇਦ ਸਖਤ ਲਫ਼ਾਜ਼ ਹਨ। ਇੱਕ ਤਾਂ ਅਸੀਂ ਬਦਨੀਅਤ ਆ, ਫਿਰ ਅਸੀਂ ਨਾਲਾਇਕ ਆ। ਠੀਕ ਹੈ, ਦੋਨੋਂ ਚੀਜ਼ਾਂ, ਨਲਾਇਕ ਤੇ ਬਦਨੀਅਤ ਵੀ ਦੋਏ ਚੀਜ਼ਾਂ ਸੁਭਾਨ ਅੱਲਾਹ ਸਾਡੇ ਅੰਦਰ ਜਿਹੜਾ ਨਾ ਜੀ, ਨਾਲੇ ਅਸੀਂ ਨਾ ਅਹਿਲਾ ਨਾਲੇ ਬਦਨੀਅਤ ਆ। ਹਾਏ, ਦੋਨੋਂ ਚੀਜ਼ਾਂ ਦਾ ਨੁਕਸਾਨ ਆਵਾਮ ਨੂੰ ਹੋ ਰਿਹਾ ਹੈ ਕਿਉਂਕਿ ਅਸੀਂ ਮਤਲਬ ਜਿਹੜੀ ਸਾਡੀ ਅਸ਼ਰਾਫੀਆ ਹੈ ਉਹ ਕਹਿੰਦੀ ਵੀ ਸਾਨੂੰ ਕੀ ਲੱਗੇ ਯਾਰ, ਸਾਡੇ ਮਾਮਲਾਤ ਚੱਲ ਰਹੇ ਨੇ। ਉਹ ਦੇਖੋ ਤੁਸੀਂ ਅਫਸੋਸਨਾਕ ਸੂਰਤ-ਏ-ਹਾਲ ਕਿ ਟੀਵੀ ਦੇ ਵਿੱਚ ਲੋਕ ਦੇਖਦੇ ਨੇ ਇਸ ਗਰਮੀ ਦਾ ਮੌਸਮ ਜਿਹੜਾ ਹੁਣ ਤਾਂ ਚਲੋ ਮੌਸਮ ਬਿਹਤਰ ਹੋ ਗਿਆ, ਤੁਸੀਂ 15-20 ਦਿਨ 25 ਦਿਨ ਪਹਿਲੇ ਦੇਖ ਲਵੋ, ਲੋਕਾਂ ਦੀ ਗਰੀਬ ਆਦਮੀ ਦੀ ਧੁਆਈ ਹੋ ਰਹੀ ਸੀ ਗਰਮੀ ਦਾ। ਉਹ ਪੈਂਟ ਕੋਟ ਪਾ ਕੇ ਲੋਕਾਂ ਦਾ ਖਿਤਾਬ ਕਰਦੇ ਨੇ, ਪੈਂਟ ਕੋਟ ਪਾ ਕੇ ਜਨਾਬ ਉਹ ਜਿਹੜਾ ਮੀਟਿੰਗ ਅਟੈਂਡ ਕਰਦੇ ਨੇ। ਤੇ ਮੈਂ ਸਮਝਦਾ तो बर्फ वाला मौसम होता है जिथे बैठे होंगे इसी दी अलामत है। इस नाल ਜਿਹੜਾ ਪਾਕਿਸਤਾਨ ਦਾ ਆਮ ਬਾਸ਼ਊਰ ਸ਼ਹਿਰੀ ਹੈ ਉਹ ਸਮਝਦਾ ਹੈ ਕਿ ਯਾਰ ਇਹ ਬਹੁਤ ਸਫਾਕ ਲੋਕ ਨੇ, ਸਮਝ ਆਈ ਕਿ ਨਹੀਂ? ਅਗਰ ਉਹ ਵੀ ਲੋਡ ਸ਼ੈਡਿੰਗ ਵਿੱਚ ਬਵਨ, ਉਹਨਾਂ ਦੇ ਕੁੜਤੇ ਵੀ ਭਿੱਜੇ ਨਜ਼ਰ ਆਵਨ, ਉਹਨਾਂ ਦੀਆਂ ਮਤਲਬ ਯੂਨੀਫਾਰਮ ਵੀ ਭਿੱਜੇ ਨਜ਼ਰ ਆਵਨ ਔਰ ਉਹ ਗੁਫ਼ਤਗੂ ਕਰਨ ਫਿਰ ਸਮਝ ਆਉਂਦੀ ਹੈ। ਇਹ ਤੁਸੀਂ ਹੱਦ ਕਰਾਸ ਕੀਤੀ ਯੂਨੀਫਾਰਮ ਦਾ ਨਾਂ ਨਾ ਲੈਣਾ, ਮੈਂ ਮਾਰਾਂਗਾ ਜੇ ਤੁਹਾਨੂੰ। ਜੀ ਮੈਂ ਪੁਲਿਸ ਦੀ ਗੱਲ ਕਰ ਰਿਹਾ, ਮੇਰਾ ਸ਼ੋਅ ਨਾ ਬੰਦ ਕਰਾਣਾ। ਪੁਲਿਸ ਦੀ ਗੱਲ ਕਰ ਰਿਹਾ ਤਾਂ ਮਤਲਬ ਹੈ ਕਿ ਉਹ ਜਿਹੜੇ ਸਾਡੇ ਮਤਲਬ ਦੇਖੋ ਸਾਡੀ ਪੁਲਿਸ ਕਿਸ ਤਰ੍ਹਾਂ ਡਰੇ ਹੋ ਤੁਸੀਂ ਯਾਰ, ਫੌਰਨ ਪੁਲਿਸ ਵਾਲੇ ਪਾਸੇ ਆ ਗਏ ਹੋ। ਮੈਂ ਪੁਲਿਸ ਮਹਿਕਮੇ ਦੀ ਗੱਲ ਕਰ ਰਿਹਾ, ਕਿਸ ਤਰ੍ਹਾਂ ਮਤਲਬ ਹੋਣਾ ਚਾਹੀਦਾ। ਮੈਂ ਸਮਝਦਾ ਕਿ ਇਹ ਹੁਣ ਵਕਤ ਆ ਗਿਆ ਹੈ ਕਿ ਤੁਸੀਂ
ਕਾਮਨ ਮੈਨ ਦੇ ਨਾਲ ਮਤਲਬ ਇਹ ਉਹਦੇ ਕੰਧੇ ਨਾਲ ਕੰਧਾ ਮਿਲਾ ਕੇ ਹਾਏ ਹਾਏ ਉਹਨੂੰ ਮੈਸੇਜ ਦਿਓ ਕਿ ਯਾਰ ਤੂੰ ਅਗਰ ਪਰੇਸ਼ਾਨ ਹੈ ਤੇ ਮੈਂ ਵੀ ਪਰੇਸ਼ਾਨ ਹਾਂ। ਅੱਛਾ ਲੋਕ ਵੀ ਆਦੇ ਇਨਕਲਾਬ ਆਣ ਲਗਾ ਇੱਥੇ ਕੋਈ ਨਾਰਕੀ ਬਹੁਤ ਮੁਸ਼ਕਿਲ ਹੈ। ਹਾਂ ਇਨਕਲਾਬ ਅਨਾਰਕੀ ਆ ਸਕਦੀ ਹੈ, ਇੰਤਸ਼ਾਰ ਹੋ ਸਕਦਾ ਹੈ। ਇਨਕਲਾਬ ਦਾ ਮੇਰੇ ਖਿਆਲ ਨਾਲ ਇੱਕ ਕਿਉਂਕਿ ਫੋਰਸਸ को नहीं चैनलाइज करना लिया नहीं वो मतलब फोर्सेस नहीं होते सब चीज़ां मतलब एक प्लांटेड होंदियां ने ते अफसोस ना कहना पड़ता है। साडे मुल्क दी जेहड़ी तारीख है तुसी 70 75 साल है हर चीज़ ਅਸੀਂ ਇਹ ਤੁਸੀਂ ਹੁਣ ਸਾਨੂੰ ਛੇੜ ਰਹੇ ਹੋ। ਤੁਸੀਂ ਕੀ ਦੱਸਦੇ ਹੋ ਲਫਾਫਾ ਸਾਫੀ ਕਹਿੰਦੇ ਹੋ ਬੇ ਸਾਨੂੰ। ਅਸੀਂ ਪਲਾਂਟੇਡ ਦਾ ਮਤਲਬ ਇਹ ਹੈ ਕਿ ਇੱਕ ਨੈਰੇਟਿਵ ਬੋਲਦੇ ਕੋ ਨਹੀਂ ਜੀ, ਗੱਲ ਹੀ ਕੋਈ ਨਹੀਂ। ਟੀਵੀ ਤੇ ਇੱਧਰ ਉੱਧਰ ਨਾ ਗੁਮਲ ਗਰਿਆਲ ਦੇ ਖਿਲਾਫ ਗੱਲ, ਨਾ ਪਿੰਡੀ ਦੇ ਖਿਲਾਫ ਗੱਲ, ਨਾ ਮੌਲਵੀ ਦੇ ਖਿਲਾਫ ਗੱਲ, ਨਾ ਪੀਰ ਦੇ ਖਿਲਾਫ ਗੱਲ, ਤੇ ਕਿਹਦੇ ਖਿਲਾਫ? ਤੁਸੀਂ ਦੇਖੋ ਜੀ ਸੋਸ਼ਲ ਮੀਡੀਆ ਇਸ ਵਕਤ ਮੁxtਲਿਫ ਜਿਹੜੀ ਪੋਲੀਟੀਕਲ ਫੋਰਸਸ ਉਹਨਾਂ ਨੇ ਕੀਤਾ ਹੈ। ਅੱਛਾ ਮੁxtਲਿਫ ਜਿਹੜੀ ਆਲਮੀ ਤਾਕਤਾਂ ਨੇ ਉਹਨੂੰ ਕੰਟਰੋਲ ਕਰ ਗਏ ਨੇ। ਯਾਨੀ ਪਾਕਿਸਤਾਨ ਦੇ ਵਿੱਚ ਇਸ ਵਕਤ ਇੱਕ ਸੋਸ਼ਲ ਮੀਡੀਆ ਦੀ ਜੰਗ ਜਾਰੀ ਹੈ ਜਿਸ ਤੋਂ ਮੈਂ ਸਟੂਡੈਂਟ ਦੇ ਤੌਰ ਤੇ ਡਿਜੀਟਲ ਵਾਰ ਹੈ। जैसे एक बयानिया आ रहा है सामने जनाब उस काउंटर करने से दूसरा बयानिया आ रहा है, ਬਿਆਨੀਆਂ ਪਰ ਬਿਆਨੀਆਂ ਫਿਰ ਬਿਆਨੀਆਂ ਕੁੱਕੜ ਲੜਾਉਣ ਲੱਗੇ। ਜਿਹੜਾ ਬयानिया ਆਮ ਆਦਮੀ ਨੂੰ ਮੁਤਾਸਰ ਹੋ ਕੇ ਸਾਹਮਣੇ ਆ ਰਿਹਾ ਹੈ ਨਾ, ਜਿਸ ਤਰ੍ਹਾਂ ਮੈंने ਹੁਣ ਤੁਹਾਨੂੰ ਇਸ਼ਾਰਾ ਕੀਤਾ ਹੈ ਕਿ ਜਨਾਬ ਉਹ ਕਹਿੰਦੇ ਨੇ ਕਿ ਸਾਡੇ ਜਿਹੜੇ ਹੁਕਮਰਾਨ ਤਬਕਾ ਹੈ ਉਹ ਸਾਨੂੰ ਪੁੱਛਣ ਵਾਸਤੇ ਤਿਆਰ ਨਹੀਂ ਹੈ। ਉਹ ਆਪਣੇ ਮਾਮਲਾਤ, ਆਪਣੀਆਂ ਯਸ਼ੀਆਂ, ਆਪਣੇ ਮਾਲ ਦੌਲਤ ਦੇ ਚੱਕਰ, ਉਹਦੇ ਆਪਣੇ ਅਹਦਾਫ ਨੇ, ਉਹਦੇ ਟਾਰਗੇਟਸ ਨੇ ਔਰ ਉਹਨਾਂ ਟਾਰਗੇਟਸ ਦੇ ਵਿੱਚ ਆਮ ਆਦਮੀ ਕਿਧਰੇ ਨਹੀਂ ਹੈ। ਤੇ ਮੇਰੇ ਖਿਆਲ ਨਾਲ ਇਹ ਜਿਹੜਾ ਬयानिया ਹੈ ਜਿਹੜਾ ਸੋਸ਼ਲ ਮੀਡੀਆ ਤੇ ਇਹ ਜਦੋਂ ਬयानिया ਆਂਦਾ ਹੈ ਨਾ ਜੀ ਤੇ ਉਹਨੂੰ ਐਕਸੈਪਟ ਕੀਤਾ ਜਾਂਦਾ ਹੈ। ਉਸ ਨੂੰ ਫਿਰ ਜਿਹੜਾ ਕਾਮਨ ਆਦਮੀ ਉਹ ਐਕਸੈਪਟ ਕਰਦਾ ਹੈ, ਕਹਿੰਦਾ ਹਾਂ ਬਿਲਕੁਲ ਠੀਕ ਗੱਲ ਹੈ ਯਾਰ, ਮੇਰੇ ਘਰ ਬਿਜਲੀ ਕੋਈ ਨਹੀਂ ਔਰ ਮੇਰੇ ਜਿਹੜੇ ਵਜ਼ਰਾ ਨੇ ਉਹ ਪੈਂਟ ਕੋਟ ਪਾ ਕੇ ਬੈਠੇ ਨੇ, ਉਹਨਾਂ ਦੇ ਅੱਗੇ ਮਿਨਰਲ ਵਾਟਰ ਦੀਆਂ ਬੋਤਲਾਂ ਨੇ, ਮੈਨੂੰ ਤਾਂ ਇਹ ਮਤਲਬ ਮੈਂ ਪਾਣੀ ਕਿੱਥੋਂ ਭਰ ਕੇ ਲੈ ਕੇ ਛੱਪੜ ਦਾ ਪਾਣੀ ਪੀਂਦਾ ਵਾਂ, ਮੇਰੇ ਘਰ ਬਿਜਲੀ ਕੋਈ ਨਹੀਂ, ਗੈਸ ਕੋਈ ਨਹੀਂ, ਖਾਣ ਨੂੰ ਰੋਟੀ ਕੋਈ ਨਹੀਂ। ਤੇ ਮੇਰੇ ਖਿਆਲ ਨਾਲ ਜਦੋਂ ਇਹ ਬयानिया ਤੇ ਮੁxtਲਿਫ ਆ ਰਹੇ ਨੇ ਲੇਕਿਨ ਜਦੋਂ ਉਹਨੂੰ ਟੱਚ ਕਰਦਾ ਹੈ ਉਹਦੇ ਖਿਆਲਾਤ, ਉਹਦੇ ਜਜ਼ਬਾਤ, ਉਹਦੇ ਹਾਲਾਤ ਦੇ ਨਾਲ ਜਿਹੜਾ ਮੁਆਫਿਕ ਹੁੰਦਾ ਹੈ ਉਸ ਤੋਂ ਬਾਅਦ ਉਹ ਜਨਾਬ ਉਹਨੂੰ ਐਕਸੈਪਟ ਕਰ ਲੈਂਦਾ ਹੈ। ਤੇ ਉਹ ਬयानिया ਬੜਾ ਖਤਰਨਾਕ ਹੋ ਰਿਹਾ ਇਸ ਵਕਤ। ਤੇ ਮੈਂ ਸਮਝਦਾ ਕਿ ਹੁਣ ਅਸਲ ਹੋਸ਼ ਦੇ ਨਾਖੂਨ ਅਸੀਂ ਅਗਰ ਨਹੀਂ ਲਵੋਗੇ ਤੇ ਤੁਸੀਂ ਦੇਖੋਗੇ ਕਿ ਸਾਡੇ ਮੁਲਕ ਵਿੱਚ ਇੰਤਸ਼ਾਰ ਜ਼ਿਆਦਾ ਪਊਗਾ। ਔਰ ਮੈਂ ਇੱਕ ਹੋਰ ਤੁਹਾਨੂੰ ਦੱਸਾਂ ਜਿਹੜੀ ਵੀ ਪਾਰਟੀ ਜਿਹੜਾ ਲੀਡਰ ਇਸ ਇੰਤਸ਼ਾਰ ਨੂੰ ਮੈਨੂਵਰਿੰਗ ਕਰੇਗਾ ਉਹ ਅੱਗੇ ਆ ਜਾਏਗਾ। ਅੱਛਾ ਗੋਇਆ ਡਰਾਮਾ ਹੈ ਜੀ। ਮਸ਼ਰਕੀ ਪਾਕਿਸਤਾਨ ਦੀ ਤੁਸੀਂ ਮਿਸਾਲ ਲੈ ਲਓ ਕਿ ਹੋਰ ਗਿਲਗਿਤ ਬਲਤਿਸਤਾਨ, ਗਵਾਦਰ ਦੇਖੋ ਗਿਲਗਿਤ ਬਲਤਿਸਤਾਨ ਦੇ ਵਿੱਚ ਕੱਲ ਗਿਲਗਿਤ ਦੇ ਵਿੱਚ ਸਾਡੇ ਸਿਕਿਉਰਿਟੀ ਫੋਰਸਸ ਦੇ 4 ਲੋਕ ਸ਼ਹੀਦ ਹੋਏ ਨੇ, ਤਾਲਿਬਾਨ ਉਹ ਆ ਗਏ ਨੇ। ਅੱਛਾ ਹੁਣ ਤੁਸੀਂ ਇਹ ਦੇਖੋ ਕਿ ਇੱਕ ਇੰਪ੍ਰੈਸ਼ਨ ਮੌਜੂਦ ਹੈ, ਇੱਕ ਲੋਕ ਕਹਿ ਰਹੇ ਨੇ ਜਿਹੜੇ ਬਾਖਬਰ ਨੇ ਕਿ ਤਾਲਿਬਾਨ ਦੇ ਜਿਹੜੇ ਜੰਗਜੂ ਲੋਕ ਨੇ, ਅਫਗਾਨ ਤਾਲਿਬਾਨ ਨੇ, ਉਹਨਾਂ ਨੂੰ ਡਾਇਵਰਟ ਕੀਤਾ ਪਾਕਿਸਤਾਨ ਦੀ ਤਰਫ। ਅੱਛਾ ਉਹ ਨਫਸਿਆਤੀ ਮਰੀਜ਼ ਹਨ ਜਿਹੜੇ ਨਫਸਿਆਤੀ ਮਰੀਜ਼ ਨੇ ਔਰ ਜਿਨ੍ਹਾਂ ਦਾ ਲੜਨਾ ਜਨੂਨ ਹੈ। ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਮੂੰਹ ਨੂੰ ਲਹੂ ਲੱਗਿਆ ਹੈ, ਉਹਨਾਂ ਦੇ ਮੂੰਹ ਲਹੂ ਲੱਗਿਆ ਹੈ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ 20 30 ਸਾਲ 35 ਸਾਲ 30 ਸਾਲ ਦੀ ਜੰਗ ਕੀਤੀ ਹੈ, ਹੁਣ ਤੁਸੀਂ ਆਪਣੀ ਸਲਾਹੀਤਾ ਇਹ ਕਿਹਨੇ ਕੀਤਾ ਵੈਸੇ? ਦੇਖੋ ਜੀ ਜਿਹੜੇ ਤਾਲਿਬਾਨ। ਅੱਛਾ ਮੈਂ ਥੋੜੀ ਜੀ ਮੇਰੇ ਇੱਕ ਖਬਰ ਹੈਗੀ ਹੈ ਮੇਰੇ ਕੋਲ, ਮੈਂ ਤੁਹਾਨੂੰ ਦੱਸਣਾ। ਜਦੋਂ ਦੋਹਾ ਮੁਜ਼ਾਕਰਾਤ ਸ਼ੁਰੂ ਸਨ ਨਾ ਜੀ ਤੇ ਪਤਾ ਲੱਗ ਗਿਆ ਸੀ ਅਮਰੀਕਾ ਤੇ ਨੈਟੋ ਨੂੰ ਕਿ ਅਸੀਂ ਜਾਣਾ ਹੈ, ਤੇ ਉਹਨਾਂ ਖੁਫੀਆ ਮੁਜ਼ਾਕਰਾਤ ਸ਼ੁਰੂ ਕਰ ਦਿੱਤੇ ਸਨ TTP ਨਾਲ। ਤੇ TTP ਨੂੰ ਆਖੇ 2 ਅਸਾਈਨਮੈਂਟਾਂ ਦਿੱਤੀਆਂ, ਇੱਕ ਤੇ ਸੰਕਿਆਂਗ ਵਾਲੀ ਅਸਾਈਨਮੈਂਟ ਦਿੱਤੀ ਤੇ ਦੂਜੀ ਸਾਡੇ ਵਾਲੇ ਪਾਸੇ ਵਾਲੀ ਦਿੱਤੀ। ਤੇ ਉਹ 2 ਅਸਾਈਨਮੈਂਟਾਂ ਜਿਹੜੀਆਂ ਨੇ ਉਹ ਚਲਦੀਆਂ ਨੇ ਪਈਆਂ ਹੁਣ। ਅਹਿਮਦ ਲਤੀਫ ਸਾਹਿਬ ਸੰਕਿਆਂਗ ਤਾਂ ਜਾਣ ਕੇ ਚੀਨੀ ਬੜੇ ਸਮਝਦਾਰ ਨੇ। ਕੀ ਸਮਝਦਾਰ? ਉਹ ਮੂੰਹ ਤੋਂ ਮਾਰਦੇ ਨੇ। ਅੱਛਾ ਠੀਕ ਹੈ ਕਿ ਨਹੀਂ? ਅਸੀਂ ਮੈਂ ਤਾਂ ਦੱਸਿਆ ਜਿਸ ਤਰ੍ਹਾਂ ਅਸੀਂ ਢਿੱਲੇ ਗਿਆ ਨਲਾਇਕ ਬੁਜ਼ਦਿਲ ਨਲਾਇਕ। ਅੱਛਾ ਤੁਸੀਂ ਇੱਕ ਮੈਨੂੰ ਇਹ ਸਮਝ ਨਹੀਂ ਆਦੀ ਐਜ਼ ਅ ਤਾਲਿਬ ਇਲਮ ਕਿ ਅਸੀਂ ਇਹ ਗੱਲ ਕਹਿੰਦੇ ਆ ਕਿ ਜਨਾਬ ਦੁਸ਼ਮਣ ਇਹ ਕਰ ਰਿਹਾ। ਭਾਈ ਦੁਸ਼ਮਣ ਕੋ ਤੁਸੀਂ ਖੈਰ ਦੀ ਤਵੱਕੋ ਕਿਉਂ ਰੱਖਦੇ ਹੋ? ਦੁਸ਼ਮਣ ਤਾਂ ਦੁਸ਼ਮਣ ਹੈ, ਦੁਸ਼ਮਣ ਤਾਂ ਦੁਸ਼ਮਣ ਹੈ। ਤੁਸੀਂ ਕਹਿ ਰਹੇ ਹੋ ਜੀ ਇੰਡੀਆ ਕਰ ਰਿਹਾ ਹੈ, ਤਾਲਿਬਾਨ ਇਸਤੇਮਾਲ। ਭਾਈ ਜੀ ਤੁਸੀਂ ਕਾਊਂਟਰ ਕਰੋ ਨਾ ਉਹਨਾਂ ਨੂੰ। ਦੇਖੋ ਤੁਸੀਂ ਅੱਜ ਅਸੀਂ ਗੱਲ ਇੱਕ ਜਰਾ ਹੈ ਤਲਖ ਗੱਲ ਹੈ, ਕਸ਼ਮੀਰ ਦੇ ਵਿੱਚ ਅੱਜ ਕੋਈ ਬੇਚਾਰੀ ਤੁਹਾਨੂੰ ਨਜ਼ਰ ਨਹੀਂ ਆਉਂਦੀ ਇਸ ਤਰ੍ਹਾਂ, ਕੋਈ ਬੰਬ ਬਲਾਸਟ ਨਹੀਂ ਹੋ ਰਿਹਾ, ਕੋਈ ਇਸ ਤਰ੍ਹਾਂ ਨਹੀਂ ਹੋ ਰਿਹਾ। ਮੈਨੇਜ ਕਰ ਲਿਆ ਨਾ ਇੰਡੀਆ ਨੇ, ਤੁਸੀਂ ਵੀ ਮੈਨੇਜ ਕਰੋ। ਇਹ ਕੀ ਕਹਿੰਦੇ ਹੋ ਬੇ? मेरा मतलब कहता है कि अगर ਤੁਸੀਂ ਇੰਡੀਆ ਦੇ ਵਿੱਚ ਅਗਰ ਅਸੀਂ ਕਹਿੰਦੇ ਆ ਕਿ ਇੰਡੀਆ ਨੇ ਕਸ਼ਮੀਰ ਦੇ ਵਿੱਚ ਕੋਈ ਬੜੀ ਖਬਰ ਸਾਹਮਣੇ ਨਹੀਂ ਆ ਰਹੀ, ਇੰਟਰਨੈਸ਼ਨਲ ਮੀਡੀਆ ਦੀ ਮੈਂ ਗੱਲ ਕਰ ਰਿਹਾ ਮਤਲਬ, ਲੇਕਿਨ ਸਾਡਾ ਜਿਹੜਾ ਇਲਾਕਾ ਹੈ ਕਬਾਇਲੀ ਇਲਾਕੇ ਹੋ ਜਾਣ, ਬਲੂਚਿਸਤਾਨ ਹੋ ਜਾਏ, ਉਹ ਹਰ ਵਕਤ ਖਬਰਾਂ 'ਚ ਉੱਥੇ ਕੈਜੁਅਲਟੀਜ਼ ਹੋ ਰਹੀਆਂ ਨੇ। ਵਾਈ ਓਏ ਸਵਾਲ ਹੈ ਸਾਨੂੰ, ਦੇਖੋ ਸਾਨੂੰ ਇਸ ਵਕਤ ਰਿਵਿਊ ਕਰਨਾ ਹੋਵੇਗਾ ਆਪਣੀ ਪਾਲਿਸੀਆਂ ਤੋਂ, ਆਪਣੀ ਨਲਾਇਕੀਆਂ ਤੋਂ। ਦੇਖੋ ਇਹ ਬਹੁਤ ਆਸਾਨ ਹੈ ਨਾਚ ਨਾ ਜਾਣੇ ਆਂਗਣ ਟੇੜਾ ਕਿ ਅਸੀਂ तमाम तर ਆਪਣੀ ਜ਼ਿੰਮੇਵਾਰੀ ਲੋਕਾਂ ਤੇ ਪਾਉਂਦੇ ਰਹੀਏ, ਲੇਕਿਨ ਜਦੋਂ ਇੱਕ ਫਰਦ ਹੋ ਜਾਏ ਤੁਸੀਂ ਬੈਰੂਨੀ ਹੱਥ
बैरूनी हाथ खत्म कर दियो हुण हाँ जी ਤੁਸੀਂ बैरूनी हाथ ਨੂੰ ਤੋੜ ਦਿਓ ਤੁਸੀਂ ਆਪਣੇ ਆਪ ਨੂੰ ਕਟਹਿਰੇ ਤੇ ਖੜਾ ਕਰੋ ਕਿ ਭਾਈਜਾਨ ਇਹ ਸਾਡੇ ਕੋਲ ਗਲਤੀਆਂ ਹੋਈਆਂ ਨੇ ਇਹ ਗਲਤੀਆਂ ਹੁਣ ਅਸੀਂ ਆਇੰਦਾ ਨਹੀਂ ਕਰਾਂਗੇ ਮਗਰ ਅਗਰ ਤੁਸੀਂ ਇਹ ਬਾਰ-ਬਾਰ ਇਹੀ ਰਾਗ ਲਾਪਤੇ ਰਹੋਗੇ ਕਿ ਜਨਾਬ बैरूनी हाथ मुलव्वस है बैरूनी हाथ ਤੇ ਫਿਰ ਦਾ ਮਤਲਬ ਹੈ ਕਿ ਅੰਦਰੂਨੀ ਹਾथ ਤੇ ਸਹੀ ਨਹੀਂ ਹੋਣਾ ਓਏ ਹੋਏ तो ये मेरे ख्याल है ਹੁਣ ਸਾਨੂੰ ਬੜੇ ਹੋਸ਼ ਤੇ ਦਾਖਲ ਲੈਣੇ ਚਾਹੀਦੇ ਨੇ ਹੁਣ ਹਾਲਾਤ ਇਸ ਨਹਿਜ ਤੱਕ ਪਹੁੰਚ ਚੁੱਕੇ ਨੇ ਕਿ ਪਾਕਿਸਤਾਨ ਦਾ 24 ਕਰੋੜ ਦਾ ਮੁਲਕ ਹੈ ਨਾ ਇੱਥੇ ਪਾਣੀ ਰਿਹਾ ਹੈ ਨਾ ਇੱਥੇ ਬਿਜਲੀ ਹੈ ਨਾ ਇੱਥੇ ਗੈਸ ਦੀਆਂ ਕੀਮਤਾਂ ਨੇ ਅਜਨਾਸ ਜਿਹੜਾ ਹੈ ਆਟਾ ਉਹ ਵੀ ਮਹਿੰਗਾ ਹੋ ਚੁੱਕਿਆ ਹੈ ਯਾਨੀ ਤੁਸੀਂ ਦੇਖੋ ਕਿ ਸਾਡੀ ਸੂਰਤ ਕਿਸ ਹੱਦ ਤੱਕ ਮਤਲਬ ਬਦਤਰ ਹੋ ਗਈ ਹੈ ਤੇ ਹੁਣ ਵਕਤ ਆ ਗਿਆ ਹੈ ਕਿ ਹੁਣ ਅਸੀਂ ਰਿਵਿਊ ਔਰ ਹੰਗਾਮੀ ਬੁਨਿਆਦਾਂ ਤੇ ਆਪਣੀ ਗਲਤੀਆਂ ਦਾ ਅਜ਼ਾਲਾ ਕਰੀਏ ਆਪਣੇ ਆਪ ਨੂੰ ਰਿਵਿਊ ਕਰੀਏ ਆਪਣੀ ਗਲਤੀਆਂ ਤਸਲੀਮ ਕਰੀਏ ਔਰ ਮੁਸਤਕਬਲ ਦੀ ਇਹਨਾਂ ਗਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਬਸੂਰਤ ਦੀਗਰ ਹਾਲਾਤ ਬਦ ਸੇ ਬਦਤਰ ਹੋ ਗਏ ਅੱਛਾ ਜਿਹੜਾ ਕੰਮ ਚੀਨ ਕਰਦਾ ਜਾ ਰਿਹਾ ਹੈ ਤੇ ਜਿਹੜਾ ਜਿਸ ਤੋਂ ਜ਼ਾਹਿਰ ਮਗਰਬ ਸਾਰਾ ਨਾਰਾਜ਼ ਹੈ ਉਹਨੇ ਸਾਊਦੀ ਅਰਬ ਨੂੰ ਤੇ ਈਰਾਨ ਨੂੰ ਇਕੱਠਿਆਂ ਬਿਠਾ ਦਿੱਤਾ ਉਹ ਹੁਣ ਫਲਸਤੀਨ ਤੇ ਇਸਰਾਈਲ ਨੂੰ ਵੀ ਇਕੱਠਿਆਂ ਬਿਠਾਉਣ ਲੱਗਾ ਤੇ ਕਿਆ ਉਹ ਕੁਝ ਅਰਸੇ ਬਾਅਦ ਇੰਡੀਆ ਤੇ ਪਾਕਿਸਤਾਨ ਨੂੰ ਵੀ ਇਕੱਠਿਆਂ ਬਿਠਾਏਗਾ इंडिया तो पाकिस्तान के हवाले नाल मेरा ख्याल है मुश्किल है क्यों? स्टूडेंट मैं क्या क्योंकि इंडिया और चीन की आपस में मुखासमत है चीन एक गल समझदा है और ਕਿਹੜੀ ਮਖਾ ਇੰਡੀਆ ਕੀ ਕਰ ਸਕਦਾ ਚੀਨ ਦਾ ਜੀ चीन ये कहता है कि जनाब इंडिया नु तैयार किया जा रहा है वेस्ट तैयार कर रहा है कौन वेस्ट अच्छा पूरा अमेरिका और ये और वो अच्छा कि उन काउंटर किया जाए अच्छा, अच्छा ਤੁਸੀਂ ਇੰਡੀਅਨ ਅਗਰ ਜਰਨਲਿਸਟ ਨਾਲ ਤੁਹਾਡੇ ਵੀ ਮਤਲਬ ਹੋਈਗੀ ਗੱਪਸ਼ਪ ਹੋਈ ਹੋਈਗੀ ਉਹਨਾਂ ਲੋਕਾਂ ਨਾਲ ਮਿਲੋ ਉਹ ਸਾਨੂੰ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਭਾਈ ਤੁਹਾਡੇ ਨਾਲ ਸਾਡਾ ਮੁਕਾਬਲਾ ਹੀ ਕੋਈ ਨਹੀਂ ਅਸੀਂ ਚੀਨ ਦਾ ਮੁਕਾਬਲਾ ਕਰ ਰਹੇ ਹਾਂ ਤੁਸੀਂ ਕੌਣ ਹੋ ਓਏ ਹੋਏ ਦੇਖੋ ਇਹ ਕਿਤਨੀ ਅਫਸੋਸਨਾਕ ਸੂਰਤ ਕਿਉਂਕਿ ਸਾਡਾ ਤਾਂ ਕੋਈ ਮੁਕਾਬਲਾ ਨਹੀਂ ਰਿਹਾ ਨਹੀਂ ਅਮਰੀਕਾ ਦਾ ਪੱਠਾ ਇੰਡੀਆ ਚੀਨ ਦਾ ਪੱਠਾ ਪਾਕਿਸਤਾਨ ਚੀਨ ਦਾ ਪੱਠਾ ਪਾਕਿਸਤਾਨ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਚੰਦ ਤੇ ਉਹ ਪਹੁੰਚ ਗਏ ਨੇ ਸੂਰਜ ਤੇ ਇੱਕ ਹੋਰ ਉਹਨਾਂ ਨੇ ਆਪਣਾ ਸਿਆਰਾ ਭੇਜਿਆ ਸੂਰਜ ਦੇ ਹਵਾਲੇ ਨਾਲ ਉਹ ਸੜ ਜਾਣਗੇ ਜੀ ਸੂਰਜ ਤੇ ਵੀ ਹੈ ਉੱਥੇ ਜਨਾਬ ਆਪਣੀ ਤਹਿਕੀਕਾਤ ਕਰ ਰਹੇ ਨੇ ਸਾਡੇ ਹਾਲਾਤ ਐਵੇਂ ਕਿ ਸਾਡੇ ਕੋਲ ਤਾਂ ਨਾ ਬਿਜਲੀ ਹੈ ਨਾ ਇੱਥੇ ਪਾਣੀ ਹੈ ਨਾ ਰੋਜ਼ਗਾਰ ਹੈ ਨਾ ਅਮਨ ਹੈ ਨਾ ਕੋਈ ਅਮਨ ਹੈ ਮੇਰੇ ਖਿਆਲ ਨਾਲ ਸੂਰਤ ਹਾਲ ਤੁਸੀਂ ਪੁੱਠੇ ਪਾਸੇ ਲੈ ਕੇ ਜਾਂਦੇ ਹੋ ਮੈਨੂੰ ਪੇ ਤੇ ਮੈਨੂੰ ਲੱਗਦਾ ਹੈ ਕਿ ਕੰਮ ਜਿਹੜਾ ਵੱਧ ਜਾਏਗਾ ਕੰਮ ਮੁਖਤਾਰਿਆ ਹੁਣ ਤੇ ਕੁਝ ਵੀ ਹੋ ਸਕਦਾ ਹੈ ਉੜਦੀ ਜਾਂਦੀ ਮੱਖੀ ਹੱਥੋਂ ਬਾਂਦਰ ਟੁੱਕਰ ਖੋ ਸਕਦਾ ਹੈ ਹੁਣ ਦੇ ਕੁਝ ਵੀ ਹੋ ਸਕਦਾ ਹੈ ਆਪਣੇ ਯਾਰ ਆਪਣੇ ਬੇਲੀ ਅਹਿਮਦ ਲਤੀਫ ਤੇ ਜ਼ਹੀਰੁੱਦੀਨ ਬਾਬਰ ਨੂੰ ਦਿਓ ਇਜਾਜ਼ਤ ਅੱਲਾ ਬੇਲੀ